respected Dr. Vikram Gupta and all my colleagues, I welcome you all and happy Teachers' Day to all of you. Dear students, as we all know, teachers are the foundation of anyone's life. They are the stepping stones that mold and nourish one's raw talent and potential. Dedicated to teachers and the role they play in shaping their lives, September 5 is annually celebrated as Teachers' Day. The day also commemorates the birth anniversary of scholar and Bharat Ratna recipient Dr. Sarvepalli Radhakrishnan, who was born in 1888. Dr. Radhakrishnan was also the first Vice President and second President of independent India. To celebrate this special day, Computonics Club of PG Department of Computer Science is organizing this guest lecture on the topic Guru Shishya Tradition. A very good morning to all of you. My respected Dr. Sarabjit Singh Bhatia sir, Professor Inderbeat, Professor Jatinder Kaur, Dr. Kirpal Singh, ਸਾਡੇ ਅੱਜ ਦੇ ਜਿਹੜੇ ਗੈਸਟ ਲੈਕਚਰ ਜਾਂ ਤੁਹਾਡੇ ਨਾਲ ਰੂਬਰੂ ਹੋਣਗੇ ਡਾਕਟਰ ਦਵਿੰਦਰ ਸਿੰਘ ਜੀ ਡਿਪਾਰਟਮੈਂਟ ਆਫ ਪੰਜਾਬੀ, ਪ੍ਰੋਫੈਸਰ ਸਤਵੀਰ ਕੌਰ, ਪ੍ਰੋਫੈਸਰ ਲਾਲ ਸਿੰਘ, my dear colleague Kuldeep Singh, and all of you, my dear students. First of all, I welcome you all on this Teachers' Day celebration function organized by your own Computonics Club of PG Department of Computer Science, Khalsa College, Patiala. ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਇਸ ਭਾਈ ਗੁਰਦਾਸ ਕਾਨਫਰੰਸ ਹਾਲ ਦੇ ਵਿੱਚ ਦੇਖ ਕੇ ਕਿ ਤੁਸੀਂ ਇੱਕ ਬਹੁਤ ਹੀ ਛੋਟੇ ਨਿੱਕੇ ਸੱਦੇ ਦੇ ਨਾਲ ਇਸ ਲੈਕਚਰ ਦੇ ਵਿੱਚ ਸ਼ਮੂਲੀਅਤ ਪਾਉਣ ਆਏ ਹੋ। ਇਹ ਲੈਕਚਰ ਸਿਰਫ ਲੈਕਚਰ ਹੀ ਨਹੀਂ, ਡਾਕਟਰ ਦਵਿੰਦਰ ਸਿੰਘ ਬੜੇ ਮਾਹਰ ਨੇ ਤੇ ਉਹ ਜਿਵੇਂ ਟੀਚਰ ਔਰ ਸਟੂਡੈਂਟ ਦੇ ਉੱਪਰ ਜੋ ਰਿਲੇਸ਼ਨਸ਼ਿਪ ਹੈ ਤੇ ਉਹ ਸਾਰਾ ਕੁਝ ਹੈ ਉਹਦੇ ਉੱਪਰ ਤੁਹਾਡੇ ਨਾਲ ਰੂਬਰੂ ਹੋਣਗੇ। ਬੀਇੰਗ ਏ ਟੀਚਰ, ਜਿਵੇਂ ਮੈਂ ਆਪਣੇ ਆਪ ਆਪਣੀ ਗੱਲ ਕਰਾਂ ਤਾਂ ਆਈ ਰੀਅਲੀ ਰਿਸਪੈਕਟ all my teachers from the internal core of my heart, and I am very glad and very keen to discuss with all of you that one of my most important teacher, my guide, my mentor is always with me, and he's here, none other than Dr. Sarabjit Singh Bhatia, my PhD guide. I salute him from the core of my heart. So ਬੱਚੋ ਮੈਂ ਜ਼ਿਆਦਾ ਟਾਈਮ ਨਹੀਂ ਤੁਹਾਡਾ ਲਵਾਂਗਾ। ਮੈਨੂੰ ਕਾਫੀ ਬੱਚੇ ਜਿਹੜੇ BCA 1 ਦੇ ਕੋਈ ਐਡਮਿਸ਼ਨ ਲੈਣ ਆਉਂਦੇ ਸੀ, BCA 2 ਦੇ ਕਾਫੀ ਬੱਚੇ ਬੈਠੇ ਹੈ, MSc ਦੇ ਬੈਠੇ ਹੈ, ਤਾਂ BCA 1 ਦੇ ਬੱਚੇ ਜਿਹੜੇ ਕਿ ਬਿਲਕੁਲ ਨਵੇਂ ਇਸ ਕਾਲਜ ਦੇ ਵਿੱਚ, ਇਸ ਇੰਸਟੀਚਿਊਟ ਦੇ ਵਿੱਚ, ਇਸ ਡਿਪਾਰਟਮੈਂਟ ਦੇ ਵਿੱਚ ਸਾਡੇ ਨਾਲ ਸ਼ਾਮਿਲ ਹੋਏ ਹੈ। ਸਭ ਤੋਂ ਵੱਧ ਮੈਂ ਉਹਨਾਂ ਦਾ ਇੱਥੇ ਆਪਣੇ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰੂੰਗਾ, ਕਿਉਂਕਿ ਤੁਸੀਂ ਬਿਲਕੁਲ ਨਵੇਂ ਇੱਥੇ ਸਾਡੇ ਡਿਪਾਰਟਮੈਂਟ ਦੇ ਅੰਦਰ, ਸਾਡੇ ਕਾਲਜ ਦੇ ਵਿੱਚ ਸ਼ਾਮਿਲ ਹੋਏ ਹੋ। ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਇੱਥੇ ਸਵਾਗਤ ਵੀ ਔਰ ਧੰਨਵਾਦ ਵੀ। ਨਮਸਤੇ ਹਾਜ਼ਰੀਨ ਤੇ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲੇ ਗੁਰੂ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੈਡਮ ਜ਼ਿਕਰ ਕਰ ਰਹੇ ਸੀ ਕਿ ਸਰ ਨੇ ਵੀ ਕਿਹਾ ਕਿ ਬਹੁਤ ਸ਼ਾਰਟ ਨੋਟਿਸ ਤੇ ਜਿਹੜਾ ਹੈ ਤੁਸੀਂ ਇੱਥੇ ਇਕੱਠੇ ਹੋਏ ਹੋ ਇਸ ਵੱਡੀ ਗਿਣਤੀ 'ਚ। ਇਸੇ ਤਰੀਕੇ ਮੈਂ ਵੀ ਬਹੁਤ ਸ਼ਾਰਟ ਨੋਟਿਸ ਤੇ ਹੀ ਤੁਹਾਡੇ ਕੋਲ ਪਹੁੰਚਿਆ। ਮੈਨੂੰ ਵੀ ਕੱਲ੍ਹ ਸ਼ਾਮੀ ਲੇਟ ਨਾਈਟ ਹੀ ਸਰ ਦਾ ਫੋਨ ਆਇਆ ਸੀ ਕਿ ਤੁਸੀਂ ਵਿਦਿਆਰਥੀਆਂ ਨੂੰ ਅੱਜ
इस टीचर डे ਜਾਂ ਅਧਿਆਪਕ ਦਿਵਸ ਦੇ ਵਿਸ਼ੇਸ਼ ਮੌਕੇ ਦੇ ਉੱਤੇ ਰੂਬਰੂ ਹੋਣਾ ਹੈ। ਸੋ ਮੇਰਾ ਲੈਕਚਰ ਕੋਈ ਬਹੁਤ ਜ਼ਿਆਦਾ ਸਿਸਟਮੈਟਿਕ ਨਹੀਂ, ਪਰ ਕੋਸ਼ਿਸ਼ ਕਰਾਂਗਾ ਕਿ ਗੁਰਸਿੱਖ ਪਰੰਪਰਾ ਹੁੰਦੀ ਕੀ ਹੈ, ਗੁਰੂ ਦਾ ਜਾਂ ਟੀਚਰ ਦਾ ਆਪਣੇ ਵਿਦਿਆਰਥੀਆਂ ਨਾਲ ਕੀ ਰਿਲੇਸ਼ਨ ਹੈ, ਕਿਵੇਂ ਬਣਦਾ ਹੈ, ਟੀਚਰ ਕੀ ਹੁੰਦਾ ਹੈ। ਚਲੋ ਹਾਂ, ਮੈਂ ਨੁਕਤੇ ਜ਼ਿਆਦਾ ਗਣਾ ਗਿਆ, ਬਸ ਜ਼ਿਆਦਾ ਲੰਬਾ ਨਹੀਂ ਜਾਵਾਂਗਾ। ਇਹਨਾਂ ਦਾ ਹੁਕਮ ਹੈ ਕਿ ਅੱਧੇ ਘੰਟੇ ਦੀ ਗੱਲ ਸਮਾਪਤ ਕਰਨੀ ਹੈ, ਅੱਧੇ ਘੰਟੇ 'ਚ ਹੀ ਕਰ ਦੇਵਾਂਗਾ। ਤਾਂ ਸਰ ਜਿੱਥੇ ਤੱਕ ਟਾਈਮ ਮੇਰਾ ਹੋ ਜੇ ਮੈਨੂੰ ਦੱਸ ਦੇਣਾ, ਟੀਮਰ ਜੇ ਫਲੋ ਚੱਲ ਗਿਆ 2-4 ਮਿੰਟ ਵੱਧ ਲੱਗੇ, ਬਸ ਉਹਨਾਂ ਕਿ ਇਸ ਤੋਂ ਵੱਧ ਨਹੀਂ ਲਵਾਂਗਾ। ਸਭ ਤੋਂ ਪਹਿਲਾਂ ਤਾਂ ਇੱਕ ਟੀਚਰ ਹੁੰਦਾ ਕੀ ਆ, ਕੌਣ ਹੁੰਦਾ ਹੈ, ਕਿਹਨੂੰ ਕਹਿੰਦੇ ਹਾਂ ਕਿ ਉਹ ਟੀਚਰ ਹੈ। ਤਾਂ ਮੈਨੂੰ ਯਾਦ ਆਉਂਦਾ ਕਿ ਇਹ ਸਾਰਾ ਜਿਹੜਾ ਸਿਸਟਮ, ਐਜੂਕੇਸ਼ਨ ਸਿਸਟਮ ਜਿਹੜਾ ਸਾਨੂੰ ਮਿਲਿਆ, ਇਹਦੇ ਪਿੱਛੇ ਯੂਨਾਨ ਦੀ ਫਿਲਾਸਫੀ ਬਹੁਤ ਵੱਡੇ ਪੱਧਰ ਤੇ ਕਾਰਜ ਕਰਦੀ ਹੈ। ਖਾਸ ਕਰਕੇ ਜਿਹੜਾ ਵੈਸਟਰਨਾਈਜ਼ ਬੇਸਡ ਅਸੀਂ ਐਜੂਕੇਸ਼ਨ ਸਿਸਟਮ ਜਿਹਨੂੰ ਅਡਾਪਟ ਕੀਤਾ ਹੈ, ਉਹਦੇ ਪਿੱਛੇ ਯੂਨਾਨੀ ਫਲਸਫਾ ਜਿਹੜਾ ਹੈ ਉਹ ਖੜਾ ਹੈ। ਤੇ ਯੂਨਾਨੀ ਫਲਸਫੇ ਦੇ ਵਿੱਚ ਸੁਕਰਾਤ, ਉਸ ਤੋਂ ਬਾਅਦ ਪਲੇਟੋ ਤੇ ਅਰਿਸਟੋਟਲ, ਇਹ ਤਿੰਨ ਵੱਡੇ ਨਾਮ ਸਾਡੇ ਕੋਲ ਪਹੁੰਚਦੇ ਆ। ਸੁਕਰਾਤ ਦਾ ਚੇਲਾ ਸੀ ਪਲੇਟੋ। ਪਲੇਟੋ ਦੀ ਕਿਤਾਬ ਹੈ ਰਿਪਬਲਿਕ। ਉਹਦੇ ਵਿੱਚ ਉਹਨੇ ਇਸ ਮਾਡਰਨ ਐਜੂਕੇਸ਼ਨ ਸਿਸਟਮ ਦੇ ਸਟਰਕਚਰ ਨੂੰ ਬਿਲਡ ਅਪ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਪਲੇਟੋ, ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਉੱਤੇ ਜਿਹੜੇ ਸਭ ਤੋਂ ਪਹਿਲੇ ਹਮਲੇ ਹੋਏ, ਉਹਨਾਂ ਦੇ ਵਿੱਚ 326 ਈਸਵੀ ਪੂਰਵ ਦੇ ਵਿੱਚ ਸਭ ਤੋਂ ਪਹਿਲਾ ਹਮਲਾ ਸਿਕੰਦਰ ਦੁਆਰਾ ਮੰਨਿਆ ਜਾਂਦਾ। ਤੇ ਸਿਕੰਦਰ ਪਲੇਟੋ ਦਾ ਸ਼ਿਸ਼ ਸੀ, ਉਹਦਾ ਚੇਲਾ ਸੀ। ਤੇ ਅਰਸਤੂ ਜਿਹੜਾ ਕਿ ਇੱਕ ਬਹੁਤ ਵੱਡਾ ਫਿਲਾਸਫਰ ਹੈ, ਉਹ ਸੁਕਰਾਤ ਦਾ ਗੁਰੂ ਭਾਈ ਸੀ। ਤਾਂ ਗੁਰੂ ਸਿੱਖ ਦਾ ਜਿਹੜਾ ਇੱਕ ਰਿਲੇਸ਼ਨ ਹੈ ਉਹ ਕਿੰਨੇ ਕਮਾਲ ਦਾ ਹੁੰਦਾ ਹੈ ਕਿ ਸਿਕੰਦਰ ਉਹ ਆਦਮੀ ਹੈ ਜਿਹਨੇ ਪੂਰੀ ਦੁਨੀਆ ਨੂੰ ਫਤਿਹ ਕਰਨ ਦਾ ਅਹਿਦ ਲਿਆ ਤੇ ਯੂਨਾਨ ਤੋਂ ਚੱਲ ਕੇ ਲਗਾਤਾਰ ਫਤਿਹ ਹਾਸਲ ਕਰਦਾ ਹੋਇਆ ਇੰਡੀਆ ਤੱਕ ਪਹੁੰਚਾ। ਉਹਦੇ ਜੀਵਨ ਦੀ ਇੱਕ ਨਿੱਕੀ ਜਿਹੀ ਘਟਨਾ ਕਿ ਇੱਕ ਵਾਰ ਉਹਨਾਂ ਨੇ ਦਰਿਆ ਪਾਰ ਕਰਨਾ ਸੀ, ਤਾਂ ਪਲੇਟੋ ਦੇ ਨਾਲ ਜਦੋਂ ਦਰਿਆ ਪਾਰ ਕਰਨਾ ਸੀ ਤਾਂ ਦੇਖਿਆ ਕਿ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਹੜ੍ਹ ਆਇਆ ਹੋਇਆ। ਤਾਂ ਫਿਰ ਦਰਿਆ ਪਾਰ ਕੌਣ ਕਰੇ? ਕੁਦਰਤੀ ਹੈ ਕਿ ਜਿਹੜਾ ਪਹਿਲੇ ਕਦਮ ਰੱਖੇਗਾ, ਜੇ ਉਹ ਬਚ ਗਿਆ ਤੇ ਬਾਕੀ ਪਾਰ ਕਰ ਲੈਣਗੇ, ਜੇਕਰ ਉਹ ਨਹੀਂ ਪਾਰ ਕਰ ਸਕਿਆ ਤੇ ਫਿਰ ਦਰਿਆ ਤੋਂ ਰੋਕ ਦਿੱਤਾ ਜਾਊਗਾ ਕਿ ਨਾ ਜਾਇਆ ਜਾਵੇ। ਉੱਥੇ ਪਲੇਟੋ ਵੀ ਖੜਾ ਹੈ, ਸਿਕੰਦਰ ਵੀ ਖੜਾ ਹੈ। ਤਾਂ ਪਲੇਟੋ ਸਿਕੰਦਰ ਨੂੰ ਕਹਿੰਦਾ ਕਿ ਦੇਖ ਸਿਕੰਦਰ, ਤੂੰ ਬਾਦਸ਼ਾਹ ਹੈ, ਪੂਰੀ ਦੁਨੀਆ ਤੇਰੀ ਸਲਤਨਤ ਹੈ, ਇਸ ਪੱਧਰ ਦੇ ਉੱਤੇ ਤੇਰਾ ਜਿਉਂਦੇ ਰਹਿਣਾ ਬਹੁਤ ਜ਼ਰੂਰੀ ਆ। ਮੈਂ ਦਰਿਆ ਪਾਰ ਕਰਾਂਗਾ, ਜੇਕਰ ਮੈਂ ਪਾਰ ਕਰ ਗਿਆ ਤੇ ਜਿਸ ਰਸਤੇ ਮੈਂ ਪਾਰ ਕੀਤਾ ਤੂੰ ਮੇਰੇ ਪਿੱਛੇ ਆ ਜੀ, ਜੇਕਰ ਮੈਂ ਨਾ ਪਾਰ ਕਰ ਸਕਿਆ ਤਾਂ ਫਿਰ ਤੂੰ ਦਰਿਆ ਪਾਰ ਕਰਨਾ ਨਹੀਂ ਕਰਨਾ, ਕਿਉਂਕਿ ਖਤਰਾ ਹੈ। ਤਾਂ ਸਿਕੰਦਰ ਦਾ ਜਵਾਬ ਸੀ, ਕਹਿੰਦਾ ਕਿ ਨਹੀਂ, ਕਹਿੰਦਾ ਤੁਸੀਂ ਮੇਰੇ ਗੁਰੂ ਹੋ, ਮੇਰੇ ਉਸਤਾਦ ਹੋ, ਮੇਰੇ ਟੀਚਰ। ਤੁਹਾਡੇ 'ਚ ਇਹ ਸਮਰੱਥਾ ਹੈਗੀ ਆ ਕਿ ਤੁਸੀਂ ਜਦੋਂ ਚਾਹੋ ਇੱਕ ਸਿਕੰਦਰ ਪੈਦਾ ਕਰ ਲਓ, 2 ਸਿਕੰਦਰ ਪੈਦਾ ਕਰ ਲਓ, 10 ਸਿਕੰਦਰ ਪੈਦਾ ਕਰ ਲਓ। ਪਰ ਕਹਿੰਦਾ ਮੇਰੇ 'ਚ ਸਮਰੱਥਾ ਨਹੀਂ ਕਿ ਮੈਂ ਇੱਕ ਵੀ ਪਲੇਟੋ ਪੈਦਾ ਕਰ ਸਕਦਾ। ਇਸ ਕਰਕੇ ਜਿਹੜਾ ਮੈਂ ਤਾਂ ਗੁਰਸਿੱਖ ਦਾ ਜਿਹੜਾ ਇੱਕ ਰਿਲੇਸ਼ਨ ਹੈ, ਜੋ ਉਹ ਇਸ ਪੱਧਰ ਤੇ ਚੱਲ ਰਿਹਾ, ਤਾਂ ਫਿਰ ਸ਼ਾਇਦ ਅਸੀਂ ਵੱਡੀਆਂ ਪ੍ਰਾਪਤੀਆਂ ਕਰਨ ਦੀ ਸਮਰੱਥਾ ਹਾਸਲ ਕਰ ਸਕਦੇ। ਪਲੇਟੋ ਦਾ ਜ਼ਿਕਰ ਥੋੜਾ ਇਸ ਕਰਕੇ ਵੀ ਮੈਂ ਕਰ ਰਿਹਾ ਸੀ, ਮੈਂ ਜ਼ਿਕਰ ਕੀਤਾ ਕਿ ਉਹ ਆਪਣੀ ਰਿਪਬਲਿਕ ਕਿਤਾਬ ਦੇ ਵਿੱਚ ਇਹ ਸਾਰਾ ਸਿਸਟਮ ਬਣਾਉਂਦਾ। ਹਾਲਾਂਕਿ ਜਿਹੜਾ ਸਾਡੇ ਸਾਹਮਣੇ ਆਇਆ ਬਿਲਕੁਲ ਹੂਬਹੂ ਨਹੀਂ ਹੈ, ਪਰ ਉਹਦੇ ਵਿੱਚ ਬਹੁਤ ਇਸ਼ਾਰੇ ਇਸ ਗੱਲ ਦੇ ਮਿਲਦੇ ਆ ਕਿ ਇਹ ਸਿਸਟਮ ਉਹਦੇ ਵਿੱਚੋਂ ਹੀ ਨਿਕਲਿਆ। ਉਦਾਹਰਨ ਦੇ ਤੌਰ ਦੇ ਉੱਤੇ ਫਿਰ ਉਹ ਦੱਸਦਾ ਕਿ ਕੌਣ ਟੀਚਰ ਹੋਵੇਗਾ, ਕਿਹਦੇ ਕੋਲ ਹੈਗਾ ਕਿ ਉਹ ਟੀਚਰ ਬਣ ਸਕਦਾ ਹੈ। ਅਸੀਂ ਟੀਚਰ ਕਹਿੰਦੇ ਕਿਹਨੂੰ ਆ, ਕਿ ਕੌਣ ਹੁੰਦਾ ਟੀਚਰ? ਤਾਂ ਉਹਦੇ ਵਿੱਚ ਉਹ ਕਹਿੰਦਾ ਕਿ ਸਾਰੇ ਜਿੰਨੇ ਵੀ ਬੱਚੇ ਕਹਿੰਦਾ ਯੂਨਾਨ 'ਚ ਪੈਦਾ ਹੋਏ ਨੇ, ਤੁਸੀਂ ਸਾਰਿਆਂ ਨੂੰ ਪੜ੍ਹਾਓ, ਸਾਰਿਆਂ ਨੂੰ ਸਕੂਲ ਭੇਜੋ, ਠੀਕ ਹੈ, ਉਹਨਾਂ ਦੇ ਆਸ਼ਰਮ ਭੇਜ ਦਿਓ। ਵੈਸੇ ਅਕੈਡਮੀ ਸ਼ਬਦ ਬੇਸਿਕਲੀ ਸੁਕਰਾਤ ਜਿੱਥੇ ਪੜ੍ਹਾਉਂਦਾ ਹੁੰਦਾ ਸੀ, ਉਸ ਉਹਨੇ ਆਪਣੇ ਪਹਿਲਾ ਜਿਹੜਾ ਸਕੂਲ ਖੋਲ੍ਹਿਆ ਉਹਦਾ ਨਾਮ ਅਕੈਡਮੀ ਰੱਖਿਆ ਸੀ। ਸਾਨੂੰ ਸ਼ਬਦ ਇਹ ਅਕੈਡਮੀ ਉੱਥੋਂ ਹੀ ਮਿਲਿਆ ਹੋਇਆ। ਉਹ ਅਕੈਡਮੀ ਤੋਂ ਅੱਗੇ ਸਕੂਲ ਕਾਲਜ ਜਿਹੜੇ ਨਾਮ ਨੇ ਉਹ ਵੱਖਰੇ ਵੱਖਰੇ, ਚਲੋ ਅਗਲਾ ਸਫ਼ਰ ਆ ਉੱਤੇ ਕਿਤੇ ਗੱਲ ਕਰਾਂਗੇ, ਹੁਣ ਦੀ ਜਿਹੜੀ ਨਹੀਂ। ਤਾਂ ਉਹ ਲਿਖਦਾ, ਕਹਿੰਦਾ ਕਿ ਸਾਰਿਆਂ ਨੂੰ ਪੜ੍ਹਾਓ, ਇੱਕ ਖਾਸ ਸਮੇਂ ਤੱਕ, ਖਾਸ ਸਮੇਂ ਤੇ ਖਾਸ ਹਦਾਇਤ, ਖਾਸ ਸਿਲੇਬਸ ਤੱਕ ਪੜ੍ਹਾ ਕੇ ਸਾਰਿਆਂ ਦਾ ਟੈਸਟ ਲਓ। ਜਿਹੜੇ ਜਿਹੜੇ ਬੱਚੇ ਟੈਸਟ ਵਿੱਚੋਂ ਪਾਸ ਹੋ ਜਾਂਦੇ ਨੇ ਉਹ ਸਾਰਿਆਂ ਨੂੰ ਅੱਗੇ ਪੜ੍ਹਨ ਲਾ ਦਿਓ। ਜਿਹੜਾ ਬੱਚਾ ਟੈਸਟ ਪਾਸ ਨਹੀਂ ਕਰ ਸਕਿਆ, ਸਾਰਿਆਂ ਨੂੰ ਲੇਬਰ ਦੇ ਕੰਮ ਤੇ ਲਾ ਦਿੱਤਾ ਜਾਵੇ। ਕੁਝ ਸਮਾਂ ਦੁਬਾਰਾ ਪੜ੍ਹਾਇਆ ਜਾਵੇ,
ਫਿਰ ਟੈਸਟ ਲਿਆ ਜਾਵੇ। ਕਹਿੰਦਾ ਜਿਹੜੇ ਬੱਚੇ ਉਹਦੇ ਵਿੱਚੋਂ ਪਾਸ ਹੋ ਗਏ ਉਹਨਾਂ ਨੂੰ ਅੱਗੇ ਪੜ੍ਹਨ ਲਾ ਦਿੱਤਾ ਜਾਵੇ, ਪਰ ਜਿੰਨੇ ਫੇਲ ਹੋ ਜਾਂਦੇ ਆ ਸਾਰੇ ਆਰਮੀ 'ਚ ਭਰਤੀ ਕਰ ਦਿੱਤੇ ਜਾਣ। ਕਹਿੰਦਾ ਫਿਰ ਦੁਬਾਰਾ ਟੈਸਟ ਲਵੋ, ਜਿਹੜੇ ਫੇਲ ਪਾਸ ਹੋ ਗਏ ਦੁਬਾਰਾ ਪੜ੍ਹਨ ਲਾ ਦਿਓ, ਜਿਹੜੇ ਫੇਲ ਹੋ ਜਾਂਦੇ ਆ ਉਹਨਾਂ ਨੂੰ ਕਲੈਰੀਕਲ ਕੰਮਾਂ ਦੇ ਉੱਤੇ ਲਾ ਦਿੱਤਾ ਜਾਵੇ। ਫਿਰ ਕਹਿੰਦਾ ਦੁਬਾਰਾ ਟੈਸਟ ਲਓ, ਜਿਹੜੇ ਪਾਸ ਹੋ ਜਾਂਦੇ ਆ ਉਹਨਾਂ ਨੂੰ ਪੜ੍ਹਨ ਲਾ ਦਿਓ, ਔਰ ਜਿਹੜੇ ਫੇਲ ਹੋ ਜਾਂਦੇ ਆ ਉਹਨਾਂ ਨੂੰ ਕਲਰਕ ਤੋਂ ਉੱਤੇ ਜਿਹੜਾ ਆਫੀਸਰ ਰੈਂਕ ਹੁੰਦੇ ਨੇ ਉਹਨਾਂ ਤੱਕ ਲੈ ਜਾਓ। ਉਸ ਤੋਂ ਅੱਗੇ ਕਹਿੰਦਾ ਕਿ ਸਿਰਫ 2 ਜਣੇ ਹੀ ਪਾਸ ਕਰਨੇ ਨੇ, ਬਾਕੀ ਸਾਰੇ ਦੇ ਸਾਰੇ ਅਪਰ ਮੈਟ ਦੇ 2 ਬੰਦੇ ਸਾਈਡ ਤੇ ਰੱਖ ਲਓ, ਬਾਕੀ ਸਾਰਿਆਂ ਨੂੰ ਆਈਐਸ ਅਫਸਰ ਜਾਂ ਇਸ ਪੱਧਰ ਦੀਆਂ ਸਾਰੀਆਂ ਜੌਬ ਦੇ ਦਿਓ ਜਿਹੜੇ ਸਰਕਾਰ ਚਲਾਉਂਦੇ ਆ ਜਾਂ ਸਾਰੇ ਸਿਸਟਮ ਚਲਾ ਰਹੇ ਆ। ਪਰ ਉਹ ਜਿਹੜੇ ਫੇਲ ਹੋਣ ਉਹਨੂੰ ਫੇਲ ਨਹੀਂ ਕਹਿੰਦਾ, ਉਹ ਕਹਿੰਦਾ ਵੀ ਘੱਟੋ ਘੱਟ ਉਹ ਇਸ ਲੈਵਲ ਤੱਕ ਨਾ ਜਾ ਸਕਣ ਕਿ ਜਿਹੜੇ ਅਪਰ 2 ਨੇ ਉਹ ਰੱਖ ਲਓ। ਉਸ ਤੋਂ ਬਾਅਦ ਚ ਕਹਿੰਦਾ ਕਿ ਉਹ ਦੋਵਾਂ ਨੂੰ ਫਿਰ ਪੜ੍ਹਨ ਦਾ, ਉਸ ਪੜ੍ਹਨ ਦੇ ਵਿੱਚ ਅਖੀਰੀ ਇੱਕ ਟੈਸਟ ਲਓ, ਜਿਹੜਾ ਉਹਦੇ ਵਿੱਚੋਂ ਫੇਲ ਹੋ ਜਾਵੇਗਾ ਉਹ ਰਾਜਾ ਹੋਵੇਗਾ, ਤੇ ਜਿਹੜਾ ਪਾਸ ਹੋਏਗਾ ਉਹ ਟੀਚਰ ਬਣੇਗਾ। ਟੀਚਰ ਐ ਨਹੀਂ ਹੁੰਦਾ ਕਿ ਟੀਚਰ ਨੇ 4 ਕਿਤਾਬਾਂ ਪੜ੍ਹੀਆਂ ਤੇ ਉਹ ਟੀਚਰ ਬਣ ਗਿਆ। ਟੀਚਰ ਦਾ ਮਤਲਬ ਹੀ ਇਹ ਹੈ ਕਿ ਜਿਹਨੇ ਗਿਆਨ ਦਾ ਸਿਖਰ ਹਾਸਲ ਕੀਤਾ ਹੋਇਆ, ਜਿਹਨੂੰ ਪਰਮਾਤਮਾ ਵੱਲੋਂ ਉਹਦੀ ਮਿਹਨਤ ਨਾਲ, ਉਹਦੇ ਜ਼ੋਹਦ ਨਾਲ, ਉਹਦੇ ਸਬਰ ਨਾਲ, ਉਹਦੀ ਲਗਾਤਾਰਤਾ ਜਿਹੜੀ ਮਿਹਨਤ ਹੈਗੀ ਆ ਉਹਦੇ ਵਿੱਚੋਂ ਉਹਨੇ ਉਹ ਮਕਾਮ ਹਾਸਲ ਕਰ ਲਿਆ ਹੁੰਦਾ ਕਿ ਉਹ ਟੀਚਰ ਬਣ ਸਕਦਾ। ਇਸ ਕਰਕੇ ਟੀਚਰ ਕਹਿ ਲਈਦਾ ਬਹੁਤ ਸੌਖਾ ਜਿਹਾ ਕਿ ਇਹ ਮੇਰਾ ਟੀਚਰ ਆ। ਹੁਣ ਆਪਾਂ ਆਉਂਦੇ ਹਾਂ ਕਿ ਇਹ ਟੀਚਰ ਡੇ ਜਦੋਂ ਮਨਾਉਣਾ ਆਰੰਭ ਕੀਤਾ ਗਿਆ ਤਾਂ ਮੈਡਮ ਨੇ ਜ਼ਿਕਰ ਕੀਤਾ ਸੀ ਕਿ ਡਾਕਟਰ ਰਾਧਾ ਕ੍ਰਿਸ਼ਨ ਜਿਨ੍ਹਾਂ ਦਾ ਜਨਮ 5 ਸਤੰਬਰ 1888 ਚ ਹੁੰਦਾ, ਆਜ਼ਾਦੀ ਸੰਘਰਸ਼ ਦੇ ਵਿੱਚ ਯੋਗਦਾਨ ਲਈ ਭਾਗ ਲੈਂਦੇ ਆ, ਪਰ ਉੱਥੇ ਵੀ ਜਿਹੜਾ ਕਾਰਜ ਹੈ ਉਹ ਇੱਕ ਐਜ ਏ ਟੀਚਰ ਕਰਦੇ ਆ। ਤਾਂ ਜਦੋਂ ਦੇਸ਼ ਆਜ਼ਾਦ ਹੁੰਦਾ ਹੈ ਤਾਂ ਉਹਨਾਂ ਨੂੰ ਦੇਸ਼ ਦਾ ਪਹਿਲਾ ਵਾਈਸ ਪ੍ਰੈਜ਼ੀਡੈਂਟ ਹੋਣ ਦਾ ਮਾਣ ਹਾਸਲ ਹੁੰਦਾ ਹੈ, ਤੇ ਸੈਕੰਡ ਜਿਹੜਾ ਹੈ ਉਹ ਦੂਜੇ ਨੰਬਰ ਤੇ ਜੇ ਕਰੋ ਪਹਿਲੇ ਤਾਂ ਡਾਕਟਰ ਰਜਿੰਦਰ ਪ੍ਰਸਾਦ ਹੋਣ ਤੋਂ ਬਾਅਦ ਚ ਭਾਰਤ ਦੇ ਅਗਲੇ ਪ੍ਰੈਜ਼ੀਡੈਂਟ ਜਿਹੜੇ ਹੈ ਉਹ ਡਾਕਟਰ ਰਾਧਾ ਕ੍ਰਿਸ਼ਨ ਹੁਣੀ ਬਣਦੇ। ਜਦੋਂ ਰਾਧਾ ਕ੍ਰਿਸ਼ਨ ਹੁਣੀ ਰਾਸ਼ਟਰਪਤੀ ਬਣਦੇ ਆ ਤਾਂ ਉਹਨਾਂ ਦੇ ਜਨਮ ਦਿਨ ਦੀ ਗੱਲ ਚੱਲਦੀ ਹੈ ਕਿ ਤੁਹਾਡਾ ਜਨਮ ਦਿਨ ਮਨਾਵਾਂਗੇ। ਹੁਣ ਜਿਹੜਾ ਮੈਂ ਇਹ ਦੱਸਣਾ ਚਾਹੁੰਦਾ ਕਿ ਟੀਚਰ ਜਦੋਂ ਟੀਚਰ ਹੁੰਦਾ ਫਿਰ ਉਹ ਕਰਦਾ ਕੀ ਆ ਕਿ ਉਹਨਾਂ ਨੇ ਸਾਰਿਆਂ ਨੂੰ ਬੁਲਾਇਆ, ਉਹ ਕਹਿੰਦੇ ਕਿ ਮੈਨੂੰ ਬਹੁਤ ਖੁਸ਼ੀ ਆ ਕਿ ਤੁਸੀਂ ਮੇਰਾ ਜਨਮ ਦਿਨ ਮਨਾਉਣਾ ਚਾਹੁੰਦੇ ਹੋ, ਪਰ ਜੇ ਮੇਰਾ ਜਨਮ ਦਿਨ ਹੀ ਮਨਾਉਣਾ ਹੈ ਤਾਂ ਉਹ ਇੱਕ ਰਾਸ਼ਟਰਪਤੀ ਦਾ ਜਨਮ ਦਿਨ ਨਹੀਂ ਹੋਵੇਗਾ। ਮੈਂ ਚਾਹੁੰਦਾ ਹਾਂ ਕਿ ਮੇਰਾ ਜਨਮ ਦਿਨ ਜਦੋਂ ਵੀ ਮਨਾਇਆ ਜਾਵੇ ਉਹ ਭਾਰਤ ਵਿੱਚ ਅਧਿਆਪਕ ਦਿਵਸ ਵਜੋਂ ਮਨਾਇਆ ਜਾਵੇ, ਟੀਚਰ ਡੇ ਵਜੋਂ ਮਨਾਇਆ ਜਾਵੇ। ਬੇਸ਼ੱਕ ਕਿਉਂਕਿ ਟੀਚਰ ਜਾਣਦਾ ਹੈ ਕਿ ਰਾਜ ਸੱਤਾ ਅੱਜ ਕੋਲ ਹੈਗੀ ਆ ਤਾਂ ਕੱਲ ਨਹੀਂ ਹੋਵੇਗੀ, ਪਰ ਅਧਿਆਪਨ ਦਾ ਸਟੇਟਸ, ਅਧਿਆਪਕ ਦਾ ਰੁਤਬਾ, ਉਹਦਾ ਥਾਂ ਜ਼ਿੰਦਗੀ 'ਚ ਹਮੇਸ਼ਾ ਹੀ ਰਹਿੰਦਾ, ਉਹਨੂੰ ਕਦੇ ਮਾਈਨਸ ਨਹੀਂ ਕੀਤਾ ਜਾ ਸਕਦਾ। ਇਸ ਤਰੀਕੇ ਡਾਕਟਰ ਰਾਧਾ ਕ੍ਰਿਸ਼ਨ ਦੇ ਜਨਮ ਦਿਨ ਨੂੰ ਅਸੀਂ ਜਦੋਂ ਅਧਿਆਪਕ ਦਿਵਸ ਮਨਾਉਣ ਲੱਗਦੇ ਹਾਂ ਤੇ ਉਹ ਰਾਸ਼ਟਰਪਤੀ ਬਣੇ, ਉਪ ਰਾਸ਼ਟਰਪਤੀ ਬਣੇ, ਕਦੋਂ ਬਣੇ ਸਾਡੇ ਕੋਲ ਡੇਟਸ ਨੇ ਵੀ ਇੰਨੀ ਨੂੰ ਬਣੇ, ਇੰਨੀ ਨੂੰ ਚਲੇ ਗਏ, ਪਰ ਅਧਿਆਪਕ ਦਿਵਸ ਦੇ ਉੱਤੇ ਜਦ ਤੱਕ ਭਾਰਤ ਅਧਿਆਪਕ ਦਿਵਸ ਮਨਾਉਂਦਾ ਰਹੇਗਾ ਉਦੋਂ ਤੱਕ ਉਹਨਾਂ ਦਾ ਨਾਮ ਹਮੇਸ਼ਾ ਹੀ ਆਉਂਦਾ ਰਹੇਗਾ। ਇਹ ਉਹਨਾਂ ਦਾ ਆਪ ਦਾ ਨਿੱਜੀ ਅਨੁਭਵ। ਇੱਕ ਸ਼ਿਸ਼ ਕੋਲ ਟੀਚਰ ਦਾ ਕਿਹੋ ਜਿਹਾ ਸਤਿਕਾਰ ਚਾਹੀਦਾ, ਇਹ ਵੀ ਸਾਨੂੰ ਡਾਕਟਰ ਰਾਧਾ ਕ੍ਰਿਸ਼ਨ ਹੋਣਾ ਦੀ ਇੱਕ ਲਾਈਫ ਦੇ ਵਿੱਚੋਂ ਘਟਨਾ ਸੁਣਾਉਣਾ, ਉਹ 'ਚੋਂ ਬਹੁਤ ਸੋਹਣਾ ਤੁਹਾਨੂੰ ਦਿਖੇਗਾ। ਦੁਬਈ ਦਾ ਸ਼ੇਖ, ਭਾਵ ਕਿ ਉੱਥੇ ਦਾ ਸੁਲਤਾਨ, ਉੱਥੇ ਦਾ ਰਾਜਾ, ਉਹ ਸ਼ੇਖ ਸ਼ਬਦ ਨੂੰ ਅਮੀਰ ਇੰਨੇ ਨੇ ਕਿ ਉਹਨਾਂ ਨੂੰ ਲੋੜ ਨਹੀਂ ਹੈ, ਇੱਥੋਂ ਤੱਕ ਕਿ ਦੁਨੀਆ ਦੀਆਂ ਵੱਡੀਆਂ ਤੋਂ ਵੱਡੀਆਂ ਪਾਵਰਾਂ ਨੂੰ ਵੀ ਉਹ ਆਪਣੀ ਜੁੱਤੀ ਦੀ ਨੋਕ ਤੇ ਰੱਖਦੇ ਆ, ਆਪਣੀ ਮਨਮਰਜ਼ੀ ਨਾਲ ਉਹਨਾਂ ਦੇ ਸ਼ੌਂਕ ਨੇ। ਇੱਕ ਵਾਰ ਕੀ ਹੋਇਆ ਕਿ ਦੁਨੀਆ ਦਾ ਜਿਹੜਾ ਮਰਜ਼ੀ ਉੱਥੇ ਲੀਡਰ ਉਹਨਾਂ ਦੇ ਦੇਸ਼ ਚਲਿਆ ਜਾਵੇ, ਉਹਨਾਂ ਦਾ ਸ਼ੇਖ ਕਦੇ ਵੀ 에ਅਰਪੋਰਟ ਦੇ ਉੱਤੇ ਕਿਸੇ ਨੂੰ ਰਿਸੀਵ ਕਰ ਨਹੀਂ ਆਉਂਦਾ। ਇੱਥੋਂ ਤੱਕ ਵੀ ਕਿ ਗੈਸਟ ਜਿਹੜਾ ਮਰਜ਼ੀ ਹੋਵੇ ਉਹਦੇ ਮਹਿਲ ਪਹੁੰਚ ਜਾਵੇਗਾ, ਗੈਸਟ ਜਾ ਕੇ ਪਹਿਲਾਂ ਬੈਠੇਗਾ, ਉਹ ਬਾਅਦ ਵਿੱਚ ਆਉਂਦਾ ਤੇ ਉਹਨੂੰ ਆ ਕੇ ਮਿਲਦਾ। ਉਹਦਾ ਹਰ ਕਾਰਜ ਕਰਨ ਲਈ ਉਹਦੇ ਅਹਿਲਕਾਰ, ਉਹਦੇ ਨੇੜੇ ਤੇੜੇ ਹਰ ਕੋਈ ਵਿਚਰਦਾ ਹੈ, ਬਹੁਤ ਥੋੜੇ ਸਮੇਂ ਲਈ ਮਿਲਦਾ ਹੈ ਤੇ ਚਲਿਆ ਜਾਂਦਾ ਹੈ। ਇੱਕ ਵਾਰ ਕੀ ਹੋਇਆ ਕਿ ਡਾਕਟਰ ਰਾਧਾ ਕ੍ਰਿਸ਼ਨ ਹੋਣਾ ਨੇ ਐਜ ਏ ਰਾਸ਼ਟਰਪਤੀ ਦੁਬਈ ਦੀ ਵਿਜ਼ਿਟ ਤੇ ਚਲੇ ਗਏ। ਜਦੋਂ ਵਿਜ਼ਿਟ ਤੇ ਚਲੇ ਗਏ ਤਾਂ ਉੱਥੇ ਜਦੋਂ ਉਹਨਾਂ ਨੇ 에ਅਰਪੋਰਟ ਤੇ ਉਤਰਨਾ ਸੀ ਤਾਂ ਸਾਰੇ ਦੇ ਸਾਰੇ ਦੁਬਈ ਨੂੰ, ਜਿਹੜਾ ਕਿ ਨਿਊਜ਼ 'ਚ ਲਗਾਤਾਰ ਆ ਰਿਹਾ ਕਿ ਉਹ ਆ ਰਹੇ ਨੇ, ਤਾਂ
ਉੱਥੇ ਉਹਨਾਂ ਨੇ ਕੀ ਕੀਤਾ ਕਿ ਸ਼ੇਖ ਆਪ 에ਅਰਪੋਰਟ ਪਹੁੰਚ ਗਿਆ, ਜਿਹੜਾ ਕਿ ਕਿਸੇ ਵੀ ਪ੍ਰੋਟੋਕੋਲ ਦੇ ਵਿੱਚ ਕਦੇ ਵੀ ਹਾਜ਼ਰ ਹੁੰਦਾ ਉਹ ਸੋਚ ਵੀ ਨਹੀਂ ਸਕਦੇ ਕਿ ਕਦੇ ਸ਼ੇਖ ਕਿਸੇ ਨੂੰ 에ਅਰਪੋਰਟ ਤੇ ਲੈਣ ਆਏਗਾ। ਡਾਕਟਰ ਰਾਧਾ ਕ੍ਰਿਸ਼ਨ ਉਹਨਾਂ ਨੂੰ ਉਹ ਲੈਣ ਲਈ ਆਇਆ। ਸਾਰੇ ਬੜੇ ਹੈਰਾਨ ਕਿ ਆ ਕੀ ਵਾਪਰ ਗਿਆ, ਵੀ ਇਹ ਕਿਵੇਂ ਸੰਭਵ ਹੋ ਸਕਦਾ ਕਿ ਜਿਹੜਾ ਬੰਦਾ ਆਪਣੇ ਗੈਸਟ ਨੂੰ ਘਰ ਆਏ ਨੂੰ ਵੀ ਪਹਿਲੇ ਬੁਲਾਉਂਦਾ ਤੇ ਆਪ ਬਾਅਦ ਵਿੱਚ ਆਉਂਦਾ, ਉਹ ਕਿਸੇ ਨੂੰ 에ਅਰਪੋਰਟ ਤੇ ਲੈਣ ਲਈ ਆਵੇ। ਤਾਂ ਉਸ ਤੋਂ ਬਾਅਦ ਉਹ ਜਦੋਂ ਜਾਣ ਲੱਗੇ, ਤੁਰਨ ਲੱਗੇ, ਉਹਨਾਂ ਨੇ ਉਹਨਾਂ ਨੂੰ ਗੱਡੀ 'ਚ ਬਿਠਾਇਆ। ਡਰਾਈਵਰ ਨੂੰ ਕਹਿੰਦੇ ਕਿ ਤੂੰ ਉੱਤਰ ਜਾ ਬਈ, ਗੱਡੀ ਮੈਂ ਡਰਾਈਵ ਕਰਾਂ। ਸਾਰੇ ਹੈਰਾਨ ਵੀ ਇਹ ਕਿਵੇਂ ਹੋ ਸਕਦਾ ਕਿ ਸ਼ੇਖ ਕਿਸੇ ਦੀ ਗੱਡੀ ਡਰਾਈਵ ਕਰੇਗਾ। ਚਲੋ ਅਗਲੇ ਦਾ ਹੁਕਮ ਸੀ, ਉਹਨੇ ਗੱਡੀ ਡਰਾਈਵ ਕੀਤੀ, ਆਪਣੇ ਘਰ ਚਲ ਗਿਆ, ਆਪਣੇ ਨਾਲ ਲੈ ਕੇ ਆਪਣੇ ਪਰਸਨਲ ਜਿਹੜੇ ਪਾਸੇ ਰਹਿੰਦਾ ਸੀ ਉੱਧਰ ਲੈ ਗਿਆ। ਤੇ ਉਸ ਤੋਂ ਬਾਅਦ ਵਿੱਚ ਜੋ ਮੀਟਿੰਗ ਦਾ ਸਮਾਂ ਨਿਸ਼ਚਿਤ ਸੀ, ਫਿਰ ਉੱਥੇ ਦੋਨੇ ਜਣੇ ਇਕੱਠੇ ਪਹੁੰਚੇ। ਤਾਂ ਉਹ ਸਾਰਾ ਕੁਝ ਕਰਕੇ ਉਹ ਵਾਪਸ ਚਲੇ ਗਏ ਤੇ ਉਹਨਾਂ ਨੂੰ ਵਾਪਸ 에ਅਰਪੋਰਟ ਤੱਕ ਛੱਡਣ ਲਈ ਵੀ ਆਇਆ। ਉੱਥੇ ਦੇ ਪੱਤਰਕਾਰਾਂ ਨੇ ਉਹਦੇ ਜਾਣ ਤੋਂ ਬਾਅਦ ਉਹਨਾਂ ਨੂੰ ਸਵਾਲ ਪੁੱਛਿਆ। ਉਹ ਕਹਿੰਦੇ ਵੀ ਕਦੇ ਵੀ ਤੁਸੀਂ ਇਹ ਪ੍ਰੋਟੋਕੋਲ ਨੂੰ ਤੋੜਿਆ ਨਹੀਂ ਹੈ, ਤੇ ਜਿਹਨੇ ਤੋੜਿਆ ਉਹਦੇ ਲਈ ਹਮੇਸ਼ਾ ਹੀ ਬਹੁਤ ਸਖਤ ਸਜ਼ਾ ਨਿਸ਼ਚਿਤ ਹੈ ਇੱਥੇ, ਕਿ ਬੰਦਾ ਸੋਚ ਵੀ ਨਹੀਂ ਸਕਦਾ ਕਿ ਮੈਂ ਕਿਸੇ ਪ੍ਰੋਟੋਕੋਲ ਨੂੰ ਨਿੱਕਾ ਜਿਹਾ ਵੀ ਤੋੜ ਸਕਦਾ। ਜਿਵੇਂ ਮੈਂ ਤੁਹਾਨੂੰ ਦੱਸਦਾ ਕਿ ਦੁਨੀਆ ਦੇ ਵਿੱਚ 0% ਕ੍ਰਾਈਮ ਰੇਟ ਵਾਲਾ ਦੇਸ਼ ਹੈ ਦੁਬਈ, ਠੀਕ ਹੈ। ਉੱਥੇ ਮਤਲਬ ਸਜ਼ਾਵਾਂ ਇੰਨੀਆਂ ਸਖਤ ਨਿਰਧਾਰਤ ਨੇ ਕਿ ਬੰਦੇ ਨੇ ਚੋਰੀ ਕੀਤੀ ਹੱਥ ਵੱਢ ਦੋ, ਕੋਈ ਨਹੀਂ ਹੱਥ ਵਢਾਉਣਾ ਚਾਹੀਦਾ। ਮਤਲਬ ਇਹੋ ਜਿਹੇ ਇੰਨੇ ਸਖਤ ਨੇ ਉਹ ਕਹਿੰਦੇ ਕਿ ਉਹਦੇ ਬਾਵਜੂਦ ਇੱਕ ਸ਼ੇਖ ਇੰਨਾ ਪ੍ਰੋਟੋਕੋਲ ਤੋੜਦਾ। ਉਹਨੂੰ ਸਵਾਲ ਕਰਦੇ ਨੇ ਕਿ ਜਦੋਂ ਸਾਰਿਆਂ ਲਈ ਇੰਨਾ ਸਖਤ ਰੂਲ ਨਿਰਧਾਰਤ ਨੇ ਤੇ ਫਿਰ ਤੁਸੀਂ ਕਿਵੇਂ ਇੰਨਾ ਪ੍ਰੋਟੋਕੋਲ ਤੋੜਿਆ। ਉਹ ਕਹਿੰਦਾ ਕਿ ਮੈਂ ਪ੍ਰੋਟੋਕੋਲ ਨਹੀਂ ਤੋੜਿਆ। ਕਹਿੰਦਾ ਕਿ ਮੈਂ ਜਦੋਂ ਜਵਾਨੀ 'ਚ ਸੀ ਤੇ ਮੇਰੇ ਪਿਤਾ ਜੀ ਨੇ ਮੈਨੂੰ ਪੜ੍ਹਨ ਲਈ ਇੰਡੀਆ ਭੇਜਿਆ ਸੀ, ਤੇ ਡਾਕਟਰ ਰਾਧਾ ਕ੍ਰਿਸ਼ਨ ਮੇਰੇ ਟੀਚਰ। ਇਹ ਪ੍ਰੋਟੋਕੋਲ ਮੇਰੇ ਟੀਚਰ ਦਾ ਪ੍ਰੋਟੋਕੋਲ ਨਹੀਂ। ਮੈਨੂੰ ਉਹਨਾਂ ਨੇ ਜੋ ਸਿਖਾਇਆ ਹੈ ਕਿ ਟੀਚਰ ਦੀ ਰਿਸਪੈਕਟ ਕੀ ਹੁੰਦੀ ਹੈ, ਮੈਂ ਉਹੀ ਦਿੱਤੀ ਹੈ। ਐਜ਼ ਏ ਸ਼ੇਖ ਮੈਂ ਕੋਈ ਵੀ ਪ੍ਰੋਟੋਕੋਲ ਨੂੰ ਨਹੀਂ ਤੋੜਿਆ। ਇਹ ਉਹਨਾਂ ਦਾ ਪੈਸ਼ਨ ਸੀ।